सत श्री अकाल जी। किताब खिड़कियाँ, लेखक नरिंਦਰ ਸਿੰਘ ਕਪੂਰ। किताब खिड़कियाँ ਵਿੱਚੋਂ ਕੁਝ ਉਦਾਹਰਨਾਂ। ਕਈ ਉਦਾਹਰਨਾਂ ਬਹੁਤ ਛੋਟੀਆਂ ਹਨ, ਪਰ ਇਹਨਾਂ ਵਿੱਚ ਸਬਕ ਬਹੁਤ ਹੀ ਵੱਡੇ ਹਨ। ਖੁਦ ਸਮਝਣ ਜਾਂ ਕਿਸੇ ਨੂੰ ਸਮਝਾਉਣ ਲਈ ਇਹਨਾਂ ਉਦਾਹਰਨਾਂ ਦਾ ਬਹੁਤ ਹੀ ਮਹੱਤਵ ਰੋਲ ਹੁੰਦਾ ਹੈ। ਰਾਜਾ ਲੰਘ ਰਿਹਾ ਸੀ। ਰਸਤੇ ਵਿੱਚ ਇੱਕ ਮੰਗਤਾ ਬੈਠਾ ਸੀ। ਰਾਜੇ ਨੂੰ ਵੇਖ ਕੇ ਉਹ ਬੈਠਾ ਰਿਹਾ। ਰਾਜੇ ਨੇ ਗੁੱਸੇ ਨਾਲ ਕਿਹਾ, ਤੂੰ ਬੜਾ ਬਦਤਮੀਜ਼ ਹੈ। ਮੈਨੂੰ ਵੇਖਣ ਦੇ ਬਾਵਜੂਦ ਵੀ ਤੂੰ ਉੱਠਿਆ ਕਿਉਂ ਨਹੀਂ? ਤੈਨੂੰ ਅਕਲ ਨਹੀਂ ਕਿ ਰਾਜੇ ਨੂੰ ਸਤਿਕਾਰ ਕਿਵੇਂ ਦੇਈਦਾ ਆ? ਤੂੰ ਭੁੱਲ ਗਿਆ ਹੈ ਕਿ ਤੂੰ ਮੰਗਤਾ ਆ ਤੇ ਮੈਂ ਰਾਜਾ ਆ। ਮੰਗਤਾ ਹੱਸਿਆ ਤੇ ਬੋਲਿਆ, ਮੰਗਤੇ ਤਾਂ ਤੁਸੀਂ ਹੋ ਜਿਹੜਾ ਮੇਰੇ ਤੋਂ ਸਤਿਕਾਰ ਮੰਗ ਰਹੇ ਹੋ। ਸੋ ਦੋਸਤੋ, ਇਹ ਉਦਾਹਰਣ ਇੱਥੇ ਖਤਮ ਹੁੰਦੀ ਹੈ। ਸੋ ਇਸ ਤੋਂ ਅਗਲੀ ਉਦਾਹਰਣ, ਲਿੰਕਨ ਨੇ ਆਪਣੀਆਂ ਫੌਜਾਂ ਨੂੰ ਵਿਰੋਧੀ ਫੌਜਾਂ 'ਤੇ ਹਮਲਾ ਕਰਨ ਦੇ ਫੈਸਲੇ ਨਾਲ ਇੱਕ ਚਿੱਠ ਲਿਖ ਕੇ ਭੇਜੀ, ਜਿਸ 'ਤੇ ਲਿਖਿਆ ਸੀ ਕਿ ਜੇ ਸਫਲ ਹੋ ਜਾਓਗੇ ਤਾਂ ਜਿੱਤ ਨੂੰ ਆਪਣੀ ਜਿੱਤ ਦੱਸਣਾ, ਅਤੇ ਜੇ ਨਾ ਹੋਵੋ ਤਾਂ ਹਾਰ ਦੀ ਜ਼ਿੰਮੇਵਾਰੀ ਮੈਂ ਲਵਾਂਗਾ। ਜਿੱਤੋਗੇ ਤੁਸੀਂ, ਹਾਰਾਂਗਾ ਮੈਂ। ਇਹਨਾਂ ਸ਼ਬਦਾਂ ਨਾਲ ਲਿੰਕਨ ਨੇ ਆਪਣੀ ਫੌਜ ਦਾ ਹੌਸਲਾ ਬੁਲੰਦ ਕਰ ਦਿੱਤਾ ਸੀ। ਸੋ ਇਸ ਤੋਂ ਅਗਲੀ ਉਦਾਹਰਣ, ਦੋ ਮਿੱਤਰਾਂ ਨੇ ਰਲ ਕੇ ਵਪਾਰ ਕੀਤਾ। ਸਾਲ ਮਗਰੋਂ ਦੋਹਾਂ ਨੂੰ 10-10 ਲੱਖ ਰੁਪਇਆ ਲਾਭ ਹੋਇਆ। ਇੱਕ ਮਿੱਤਰ ਬੜਾ ਖੁਸ਼ ਸੀ ਕਿਉਂਕਿ ਉਸ ਨੂੰ ਆਸ 8 ਲੱਖ ਰੁਪਏ ਦੇ ਲਾਭ ਦੀ ਸੀ, ਪਰ ਲਾਭ 10 ਲੱਖ ਰੁਪਏ ਹੋਇਆ ਸੀ। ਦੂਜਾ ਮਿੱਤਰ ਉਦਾਸ ਸੀ ਕਿਉਂਕਿ ਉਸ ਨੂੰ ਆਸ 15 ਲੱਖ ਰੁਪਏ ਲਾਭ ਦੀ ਸੀ, ਪਰ ਹੋਇਆ 10 ਲੱਖ ਸੀ। ਦੋਸਤੋ, ਖੁਸ਼ੀ ਅਤੇ ਉਦਾਸੀ, ਸਫਲਤਾ ਅਤੇ ਅਸਫਲਤਾ ਵਪਾਰ ਵਿੱਚ ਨਹੀਂ ਸੀ, ਉਹ ਉਹਨਾਂ ਦੋਹਾਂ ਮਿੱਤਰਾਂ ਦੀਆਂ ਸੋਚਾਂ ਅਤੇ ਆਸਾਂ ਵਿੱਚ ਸੀ। ਸੋ ਇਹਨਾਂ ਉਦਾਹਰਣਾਂ ਤੋਂ ਵੀ ਸਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣਾ ਚਾਹੀਦਾ ਹੈ। ਇਹਨਾਂ ਉਦਾਹਰਣਾਂ ਦਾ ਤੁਹਾਡੇ ਤੱਕ ਪਹੁੰਚਾਉਣ ਦਾ ਮਤਲਬ ਵੀ ਇਹੀ ਹੈ ਕਿ ਕੁਝ ਨਾ ਕੁਝ ਸਿੱਖ ਸਕੀਏ। ਇੱਕ ਜਰਨੈਲ ਨੇ ਕਿਹਾ, ਭੈੜੀ ਖਬਰ ਹੈ, ਫੌਜ ਹਾਰ ਰਹੀ ਹੈ। ਦੂਜਾ ਜਰਨੈਲ ਬੋਲਿਆ, ਮੇਰੀ ਖਬਰ ਤਾਂ ਤੇਰੀ ਖਬਰ ਨਾਲੋਂ ਵੀ ਭੈੜੀ ਹੈ। ਕਹਿੰਦਾ, ਤੇਰੀ ਖਬਰ ਕੀ ਹੈ? ਕਹਿੰਦਾ, ਮੇਰੀ ਖਬਰ ਹੈ ਕਿ ਕਮਾਂਡਰ ਹੌਸਲਾ ਛੱਡ ਰਿਹਾ ਹੈ। ਸੋ ਇਸ ਤੋਂ ਅਗਲੀ ਉਦਾਹਰਣ, ਇੱਕ ਫਿਲਮ ਵਿੱਚ ਬੇਘਰੇ, ਭੁੱਖੇ ਪਿਆਸੇ, ਗਰੀਬ, ਉਦਾਸ ਲੋਕਾਂ ਤੇ ਉਹਨਾਂ ਦੇ ਆਲੇ ਦੁਆਲੇ ਦਾ ਦ੍ਰਿਸ਼ ਫਿਲਮਾਇਆ ਜਾਣਾ ਸੀ। ਨਿਰਦੇਸ਼ਕ ਨੇ ਆਪਣੇ ਸਹਾਇਕ ਨੂੰ ਕਿਹਾ ਕਿ ਸ਼ਹਿਰ ਦੀ ਇੱਕ ਗੰਦੀ ਜਿਹੀ ਬਸਤੀ ਵਿੱਚ ਜਾਓ ਤੇ ਸੁਨੇਹਾ ਦੇ ਆਓ ਕਿ ਕੱਲ੍ਹ ਇਹ ਦ੍ਰਿਸ਼ ਫਿਲਮਾਇਆ ਜਾਵੇਗਾ ਅਤੇ ਹਰ ਕਿਸੇ ਨੂੰ 100-100 ਰੁਪਇਆ ਦਿੱਤਾ ਜਾਵੇਗਾ। ਸੋ ਦੋਸਤੋ, ਪਛਾਣ ਮਿਲਣ ਦਾ ਆਪਣਾ ਜਾਦੂ ਹੁੰਦਾ ਹੈ। ਅਗਲੇ ਦਿਨ ਫਿਲਮ ਵਿੱਚ ਦਿਸਣ ਦੇ ਚਾਅ ਨਾਲ ਲੋਕਾਂ ਨੇ ਰਾਤੋਂ ਰਾਤ ਹੀ ਬਸਤੀ ਸਾਫ਼ ਕਰ ਦਿੱਤੀ, ਕੱਪੜੇ ਧੋ ਕੇ ਸੁਕਾ ਲਏ। ਜਦੋਂ ਦ੍ਰਿਸ਼ ਫਿਲਮਾਉਣ ਵਾਲਾ ਅਮਲਾ ਪਹੁੰਚਿਆ ਤਾਂ ਕਿਸੇ ਦੇ ਵੀ ਚਿਹਰੇ 'ਤੇ ਬੇਬਸੀ, ਗਰੀਬੀ, ਮੰਦਹਾਲੀ ਆਦਿ ਦਾ ਨਾਮੋ ਨਿਸ਼ਾਨ ਹੀ ਨਹੀਂ ਸੀ। ਉੱਥੇ ਹਜ਼ਾਰ ਲੋਕਾਂ ਦੇ ਚਮਕਦੇ ਹੋਏ, ਧੋਤੇ ਹੋਏ, ਨਿਖਰੇ ਚਿਹਰਿਆਂ ਉੱਤੇ ਇੱਕ ਕੰਨ ਤੋਂ ਦੂਜੇ ਕੰਨ ਤੱਕ ਮੁਸਕਰਾਹਟ ਫੈਲੀ ਹੋਈ ਸੀ। ਉਹ ਫਿਲਮੀ ਟੁਕੜੀ ਨੂੰ ਵੇਖ ਕੇ ਬੜਾ ਖੁਸ਼ ਹੋਏ, ਪਰ ਫਿਲਮੀ ਟੁਕੜੀ ਉਸ ਦ੍ਰਿਸ਼ ਨੂੰ ਵੇਖ ਕੇ ਉਦਾਸ ਸੀ ਕਿਉਂਕਿ ਜਿਹੜਾ ਦ੍ਰਿਸ਼ ਫਿਲਮਾਇਆ ਜਾਣਾ ਸੀ ਉਹ ਦ੍ਰਿਸ਼ ਤਾਂ ਉੱਥੇ ਹੈ ਹੀ ਨਹੀਂ ਸੀ। ਸੋ ਇਸ ਤੋਂ ਅਗਲੀ ਉਦਾਹਰਣ, ਅਕਬਰ ਨੇ ਤਾਨਸੈਨ ਦਾ ਸੰਗੀਤ ਸੁਣਿਆ ਤਾਂ ਸੋਚਿਆ ਕਿ ਜੇ ਸ਼ਾਗਿਰਦ ਇਤਨਾ ਚੰਗਾ ਗਾ ਸਕਦਾ ਹੈ ਤਾਂ ਉਸਤਾਦ ਕਿਹੋ ਜਿਹਾ ਹੋਵੇਗਾ। ਅਕਬਰ ਤਾਨਸੈਨ ਦੇ ਉਸਤਾਦ ਹਰੀਦਾਸ ਕੋਲ ਗਿਆ। ਜਦੋਂ ਹਰੀਦਾਸ ਨੇ ਭਗਵਾਨ ਦੀ ਉਸਤਤ ਵਿੱਚ ਗਾਇਆ ਤਾਂ ਅਕਬਰ 'ਤੇ ਜਾਦੂ ਹੋ ਗਿਆ ਅਤੇ ਉਹ ਝੂਮਣ ਲੱਗ ਪਿਆ। ਉਸਤਾਦ ਦਾ ਸੰਗੀਤ ਸੁਣਨ ਤੋਂ ਬਾਅਦ ਅਕਬਰ ਨੇ ਤਾਨਸੈਨ ਨੂੰ ਪੁੱਛਿਆ ਕਿ ਕੀ ਗੱਲ ਹੈ, ਤੇਰਾ ਸੰਗੀਤ ਇਹ ਬੁਲੰਦੀਆਂ ਕਿਉਂ ਨਹੀਂ ਛੂੰਹਦਾ? ਤਾਨਸੈਨ ਨੇ ਕਿਹਾ, ਕਾਰਨ ਬੜਾ ਸਪਸ਼ਟ ਹੈ, ਮੈਂ ਇੱਕ ਬਾਦਸ਼ਾਹ ਵਾਸਤੇ ਗਾਉਂਦਾ ਹਾਂ। ਮੇਰਾ ਮੁਰਸ਼ਿਦ ਬਾਦਸ਼ਾਹਾਂ ਦੇ ਬਾਦਸ਼ਾਹ ਪਰਮਾਤਮਾ ਲਈ ਗਾਉਂਦਾ ਹੈ। ਸੋ ਇਸ ਤੋਂ ਅਗਲੀ ਉਦਾਹਰਣ, ਮਾਂ ਅਤੇ ਪਤਨੀ ਦੀ ਸੋਚ ਵਿੱਚ ਅੰਤਰ ਹੁੰਦਾ ਹੈ। ਮਾਂ ਨੂੰ ਪੁੱਤਰ ਵਿੱਚ ਕੋਈ ਨੁਕਸ ਨਹੀਂ ਦਿਸਦਾ, ਪਤਨੀ ਨੂੰ ਪਤੀ ਵਿੱਚ ਕੋਈ ਗੁਣ ਘੱਟ ਹੀ ਨਜ਼ਰ ਆਉਂਦਾ ਹੈ। ਮਾਂ ਲਈ ਪੁੱਤਰ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ। ਪਤਨੀ ਲਈ ਸਭ ਤੋਂ ਵੱਡੀ ਸਮੱਸਿਆ ਉਸ ਦਾ ਪਤੀ ਹੀ ਹੁੰਦਾ ਹੈ। ਇੱਕ ਵਾਰੀ ਘਰ ਵਿੱਚ ਇੱਕ ਬਲਬ ਬਦਲਣ ਦੀ ਲੋੜ ਪਈ ਤਾਂ ਪਤੀ ਨੇ ਇੱਕ ਸਟੂਲ 'ਤੇ ਚੜ੍ਹ ਕੇ ਬਦਲਣਾ ਚਾਹਿਆ, ਪਰ ਉਸ ਦਾ ਬਲਬ ਤੱਕ ਹੱਥ ਨਾ ਪਹੁੰਚਿਆ। ਪਤਨੀ ਨੇ ਕਿਹਾ, ਤੁਸੀਂ ਮਧਰੇ ਹੋ, ਇਸ ਲਈ ਹੱਥ ਨਹੀਂ ਪਹੁੰਚਿਆ। ਮਾਂ ਨੇ ਕਿਹਾ, ਸਟੂਲ ਨੀਵਾਂ ਹੈ, ਇਸ ਲਈ ਹੱਥ ਨਹੀਂ ਪਹੁੰਚ ਸਕਿਆ। ਸੋ ਇਹ ਫਰਕ ਹੁੰਦਾ ਹੈ ਮਾਂ ਅਤੇ ਪਤਨੀ ਦੀ ਸੋਚ ਵਿੱਚ। ਇਸ ਤੋਂ ਅੱਗੇ, ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੇ ਕੋਲ ਡਿਗਰੀ ਕਿਹੜੀ ਸੀ, ਉਹ ਪੁੱਛੇਗਾ ਕਿ ਤੁਹਾਡਾ ਵਿਹਾਰ ਅਤੇ ਚਰਿੱਤਰ ਕਿਹੋ ਜਿਹਾ ਸੀ। ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੇ ਕੋਲ ਕਾਰ ਕਿਹੜੀ ਸੀ, ਉਹ ਪੁੱਛੇਗਾ ਕਿ ਕਿਤਨੇ ਗਵਾਚਿਆਂ ਅਤੇ ਭਟਕਿਆਂ ਨੂੰ ਉਹਨਾਂ ਦੇ ਘਰੀ ਪਹੁੰਚਾਇਆ ਹੈ।
ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੀ ਕੋਠੀ ਕਿਤਨੇ ਕਨਾਲਾਂ ਵਿੱਚ ਸੀ, ਉਹ ਪੁੱਛੇਗਾ ਕਿ ਕਿਤਨਿਆਂ ਦਾ ਤੁਸੀਂ ਖਿੜੇ ਮੱਥੇ ਸਵਾਗਤ ਕੀਤਾ ਹੈ। ਰੱਬ ਇਹ ਨਹੀਂ ਪੁੱਛੇਗਾ ਕਿ ਬੈਂਕ ਵਿੱਚ ਪੈਸੇ ਕਿਤਨੇ ਜਮ੍ਹਾਂ ਸਨ ਜਾਂ ਤੁਹਾਡੀ ਆਮਦਨ ਕਿਤਨੀ ਸੀ, ਉਹ ਪੁੱਛੇਗਾ ਕਿ ਕਮਾਈ ਕਿਵੇਂ ਕੀਤੀ ਸੀ। ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੀ ਜ਼ਿੰਦਗੀ ਦਾ ਉਦੇਸ਼ ਕੀ ਸੀ, ਉਹ ਪੁੱਛੇਗਾ ਕਿ ਕੀ ਕਰਕੇ ਮੇਰੇ ਕੋਲ ਆਏ ਹੋ। ਸੋ ਇਸ ਤੋਂ ਅੱਗੇ, ਜੇ ਆਦਮੀ ਠੀਕ ਹੋ ਜਾਵੇ ਤਾਂ ਸੰਸਾਰ ਆਪੇ ਠੀਕ ਹੋ ਜਾਵੇਗਾ। ਇੱਕ ਘਰ ਵਿੱਚ ਇੱਕ ਬੱਚਾ ਆਪਣੇ ਡਾਕਟਰ ਪਿਤਾ ਦੇ ਕੰਮ ਵਿੱਚ ਵਿਘਨ ਪਾ ਰਿਹਾ ਸੀ। ਪਿਤਾ ਨੇ ਬੱਚੇ ਦੇ ਇੱਕ ਰਸਾਲੇ ਵਿੱਚੋਂ ਸੰਸਾਰ ਦਾ ਨਕਸ਼ਾ ਟੁਕੜੇ ਕਰ ਦਿੱਤਾ ਅਤੇ ਪੁੱਤਰ ਨੂੰ ਕਿਹਾ ਕਿ ਇਸ ਦੇ ਟੁਕੜਿਆਂ ਨੂੰ ਜੋੜ ਕੇ ਲਿਆ। ਨਕਸ਼ੇ ਦੇ ਦੂਜੇ ਪਾਸੇ ਇੱਕ ਪ੍ਰਸਿੱਧ ਖਿਡਾਰੀ ਦੀ ਤਸਵੀਰ ਸੀ। ਪਿਤਾ ਨੇ ਸੋਚਿਆ 2-3 ਘੰਟੇ ਤਾਂ ਲਾਵੇਗਾ ਹੀ, ਪਰ ਬੱਚਾ ਕੁਝ ਕੁ ਮਿੰਟਾਂ ਵਿੱਚ ਹੀ ਖਿਡਾਰੀ ਦੀ ਤਸਵੀਰ ਰਾਹੀਂ ਉਹ ਨਕਸ਼ਾ ਜੋੜ ਲਿਆਇਆ। ਪਿਤਾ ਨੇ ਪੁੱਛਿਆ ਕਿ ਤੂੰ ਇਤਨੀ ਜਲਦੀ ਕਿਵੇਂ ਕੀਤਾ? ਪੁੱਤਰ ਨੇ ਕਿਹਾ, ਨਕਸ਼ੇ ਦੇ ਦੂਜੇ ਪਾਸੇ ਖਿਡਾਰੀ ਦਾ ਚਿੱਤਰ ਸੀ। ਮੈਂ ਸੋਚਿਆ ਜੇ ਆਦਮੀ ਠੀਕ ਬਣ ਗਿਆ ਤਾਂ ਸੰਸਾਰ ਦਾ ਨਕਸ਼ਾ ਆਪੇ ਠੀਕ ਹੋ ਜਾਵੇਗਾ। ਬੱਚੇ ਦੇ ਇਸ ਸਧਾਰਨ ਕਥਨ ਵਿੱਚ ਫਲਸਫੇ ਦੀ ਡੂੰਘਾਈ ਸੀ। ਸੋ ਇਸ ਤੋਂ ਅੱਗੇ, ਇੱਕ ਯੋਧੇ ਨੇ ਇੱਕ ਭਿਕਸ਼ੂ ਨੂੰ ਪੁੱਛਿਆ ਕਿ ਨਰਕ ਅਤੇ ਸਵਰਗ ਵਿੱਚ ਕੀ ਅੰਤਰ ਹੁੰਦਾ ਹੈ। ਭਿਕਸ਼ੂ ਨੇ ਕਿਹਾ, ਮੈਂ ਤੇਰੇ ਵਰਗੇ ਦੈਂਤ ਉੱਤੇ ਆਪਣਾ ਵਕਤ ਖਰਾਬ ਨਹੀਂ ਕਰਨਾ ਚਾਹੁੰਦਾ। ਯੋਧੇ ਨੇ ਭਿਕਸ਼ੂ ਨੂੰ ਖੂਬ ਕੁਟਾਪਾ ਚਾੜਿਆ ਅਤੇ ਗਾਲਾਂ ਕੱਢੀਆਂ। ਭਿਕਸ਼ੂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਗੁੱਸਾ ਹੀ ਨਰਕ ਹੈ। ਯੋਧੇ ਨੇ ਭਿਕਸ਼ੂ ਤੋਂ ਮਾਫੀ ਮੰਗੀ। ਭਿਕਸ਼ੂ ਨੇ ਕਿਹਾ ਕਿ ਮਾਫੀ ਹੀ ਸਵਰਗ ਹੈ। ਸੋ ਇਸ ਤੋਂ ਅੱਗੇ, ਇੱਕ ਗਲਾਸ ਪਾਣੀ ਨਾਲ ਭਰਿਆ ਹੈ, ਉੱਚਾ ਕਰੋ ਕਿਤਨਾ ਭਾਰ ਹੈ। ਲਗਭਗ 100 ਗ੍ਰਾਮ। ਬਾਂਹ ਉੱਚੀ ਕਰਕੇ ਚੁੱਕੀ ਰੱਖੋ, ਬਾਂਹ ਥੱਕ ਜਾਵੇਗੀ। ਭਾਰ ਮਹੱਤਵਪੂਰਨ ਨਹੀਂ, ਮਹੱਤਵਪੂਰਨ ਇਹ ਹੈ ਕਿ ਭਾਰ ਕਿਤਨਾ ਚਿਰ ਚੁੱਕਣਾ ਹੈ। 5, 10, 20, 30 ਮਿੰਟ ਕੁਝ ਨਹੀਂ ਹੋਵੇਗਾ। 2 ਘੰਟੇ ਵਿੱਚ ਬਾਂਹ ਦੁਖਣ ਲੱਗ ਜਾਵੇਗੀ। ਸਾਰਾ ਦਿਨ ਚੁੱਕਣਾ ਪਿਆ ਤਾਂ ਇਹ ਛੋਟਾ ਜਿਹਾ ਭਾਰ ਤੁਹਾਨੂੰ ਡੇਗ ਦੇਵੇਗਾ। ਭਾਰ ਉਹੀ ਹੈ, ਚੁੱਕਣ ਦਾ ਸਮਾਂ ਉਸ ਭਾਰ ਨੂੰ ਭਾਰੀ ਬਣਾਈ ਜਾ ਰਿਹਾ ਹੈ। ਪਾਪ ਜਾਂ ਭੈੜੇ ਕੰਮ ਦਾ ਭਾਰ ਕੁਝ ਚਿਰ ਲਈ ਹੀ ਸਹਿਣਯੋਗ ਹੁੰਦਾ ਹੈ, ਪਰ ਜੇ ਪਾਪ ਕਰਦੇ ਰਹੋਗੇ ਜਾਂ ਕਿਸੇ ਪਾਪ ਦਾ ਭਾਰ ਚੁੱਕੀ ਹੀ ਰੱਖੋਗੇ ਤਾਂ ਇਹ ਭਾਰੀ ਹੁੰਦਾ ਜਾਵੇਗਾ। ਸਿਕੰਦਰ ਨੇ ਡੇਰੀਅਸ ਵਿਰੁੱਧ ਲੜਾਈ ਦੌਰਾਨ ਸਾਰੇ ਲਾਮ ਲਸ਼ਕਰ ਨਾਲ 400 ਮੀਲ ਦਾ ਸਫ਼ਰ 11 ਦਿਨਾਂ ਵਿੱਚ ਤੈਅ ਕੀਤਾ ਸੀ ਅਤੇ ਉਸ ਦੀ ਫੌਜ ਥਕਾਵਟ, ਭੁੱਖ ਅਤੇ ਪਿਆਸ ਨਾਲ ਬੇਹਾਲ ਸੀ। ਸਭ ਤੋਂ ਵੱਡੀ ਘਾਟ ਪਾਣੀ ਦੀ ਸੀ। ਕੁਝ ਸਿਪਾਹੀਆਂ ਨੇ ਦੂਰੋਂ ਦਰਿਆ ਤੋਂ ਪਾਣੀ ਦੇ ਕੁਝ ਤੂੜੇ ਲਿਆਂਦੇ ਅਤੇ ਸਿਕੰਦਰ ਨੂੰ ਕਿਹਾ, ਤੁਸੀਂ ਪਹਿਲਾਂ ਪਾਣੀ ਪੀਓ। ਸਾਰੇ ਵੇਖ ਰਹੇ ਸਨ। ਸਿਕੰਦਰ ਨੇ ਆਪ ਪਾਣੀ ਪੀਣ ਦੀ ਬਜਾਏ ਕਿਹਾ, ਅਸੀਂ ਸਾਰੇ ਪਿਆਸੇ ਹਾਂ, ਪਹਿਲਾਂ ਮੇਰੇ ਸਾਥੀ ਪੀਣਗੇ, ਉਹਨਾਂ ਦੀ ਪਿਆਸ ਬੁਝ ਗਈ, ਮੇਰੀ ਆਪੇ ਬੁਝ ਜਾਵੇਗੀ। ਸਿਕੰਦਰ ਦੇ ਇਸ ਵਿਹਾਰ ਨੂੰ ਵੇਖ ਕੇ ਉਸ ਦੇ ਸਿਪਾਹੀ ਹੌਸਲੇ ਵਿੱਚ ਆ ਗਏ ਅਤੇ ਕਿਹਾ ਕਿ ਸਿਕੰਦਰ, ਅਸੀਂ ਤੇਰੇ ਨਾਲ ਹਾਂ, ਤੇਰੇ ਜਿਹਾ ਆਗੂ ਹੋਵੇ। ਪਿਆਸ ਭੁੱਖ ਕੁਝ ਵੀ ਨਹੀਂ, ਚੱਲ ਨਵੀਆਂ ਧਰਤੀਆਂ ਜਿੱਤੀਏ ਅਤੇ ਨਵਾਂ ਇਤਿਹਾਸ ਰਚੀਏ। ਸੋ ਦੋਸਤੋ, ਭਾਵੇਂ ਕਿ ਇਹ ਉਦਾਹਰਨਾਂ ਛੋਟੀਆਂ ਹਨ, ਪਰ ਇਹਨਾਂ ਵਿੱਚ ਬਹੁਤ ਹੀ ਵਧੀਆ ਅਤੇ ਵੱਡੇ ਸਬਕ ਲੁਕੇ ਹੋਏ ਹਨ, ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਬਹੁਤ ਲੋੜ ਹੈ।